ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਟੂ ਦ ਵੀਕਲੀ ਸੈਸ਼ਨ ਆਫ ਦ ਗੁਰਬਾਣੀ ਲਰਨਿੰਗਸ। ਜਿਹੜਾ ਵੀ ਆਪਾਂ ਲਾਸਟ ਵੀਕ ਟੌਪਿਕ ਲਰਨ ਕੀਤਾ ਸੀਗਾ ਗੁਰਦੁਆਰਾ, ਵਾਈ ਡੂ ਵੀ ਗੋ ਟੂ ਗੁਰਦੁਆਰਾ, ਉਹਦੇ ਵਿੱਚ ਆਪਾਂ ਲਰਨ ਕੀਤਾ ਸੀਗਾ ਕਿ ਗੁਰਦੁਆਰੇ ਅਸੀਂ ਗੁਰਬਾਣੀ ਕੋਲੋਂ ਟੀਚਿੰਗਸ ਲੈਣ ਜਾਂਦੇ ਹਾਂ। ਦੈਨ ਉਸ ਤੋਂ ਪਹਿਲਾਂ ਆਪਾਂ ਇੱਕ ਡਿਸਕਸ ਕੀਤਾ ਸੀ ਕਿ ਵੀ ਵਾਟ ਆਰ ਦ ਐਕਟੀਵਿਟੀਜ਼ ਵੀ ਆਲ ਡੂ ਵਾਈਲ ਵੀ ਆਰ ਐਟ ਗੁਰਦੁਆਰਾ। ਤਾਂ ਉਹਦੇ ਵਿੱਚ ਵੈਰੀ ਫਸਟ ਐਕਟੀਵਿਟੀ ਸਾਰੇ ਬੱਚਿਆਂ ਨੇ ਲਿਖੀ ਸੀ ਕਿ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ। ਤਾਂ ਜਿੱਦਾਂ ਕਿ ਹੁਣੇ ਸਾਰੇ ਬੱਚਿਆਂ ਨੇ ਆਪਣੀ ਆਪਣੀ ਅੰਡਰਸਟੈਂਡਿੰਗ ਸ਼ੇਅਰ ਕੀਤੀ ਸੀ ਥੋੜੀ ਦੇਰ ਪਹਿਲਾਂ ਕਿ ਵਾਈ ਡੂ ਵੀ ਡੂ ਗੋ ਟੂ ਗੁਰਦੁਆਰਾ ਐਂਡ ਡੂ ਦੀ ਮੱਥਾ ਟੇਕ। ਆਪਾਂ ਹੁਣ ਅੱਜ ਆਉਣ ਵਾਲੇ ਸੈਸ਼ਨ ਦੇ ਵਿੱਚ ਨੈਕਸਟ ਹਾਫ ਐਨ ਆਵਰ ਵੀ ਵਿਲ ਟਰਾਈ ਟੂ ਲਰਨ ਦ ਕਨਸੈਪਟ ਫਰੋਮ ਗੁਰਬਾਣੀ ਕਿ ਵੀ ਅਸੀਂ ਗੁਰਦੁਆਰੇ ਜਾ ਕੇ ਮੱਥਾ ਕਿਉਂ ਟੇਕਦੇ ਹਾਂ। ਠੀਕ ਹੈ ਜੀ। So a sari a exercise again what we are doing before the term finishes and the last session we are now trying to ਜਿਹੜੀ ਵੀ ਸਾਡੀ ਫਿਜ਼ੀਕਲ ਐਕਟੀਵਿਟੀ ਹੈਗੀ ਹੈ ਉਹ ਸਾਨੂੰ ਉਹਦੇ ਬਾਰੇ ਗੁਰਬਾਣੀ 'ਚੋਂ ਕੀ ਗਾਈਡੈਂਸ ਮਿਲ ਰਹੀ ਹੈ ਉਹਨੂੰ ਆਪਾਂ ਸਿੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਕਨੈਕਟ ਕਰ ਸਕੀਏ ਇਹਨਾਂ ਸਾਰੀਆਂ ਐਕਸਰਸਾਈਜ਼ਸ ਨਾਲ ਜੋ ਅਸੀਂ ਪਰਫਾਰਮ ਕਰਦੇ ਹਾਂ। ਬਟ sometimes we don't have the complete knowledge why are we performing this action. So one of them is matha tekna. I was very happy ਤੁਸੀਂ ਸਾਰੇ ਬੱਚਿਆਂ ਨੇ ਬੜੇ ਸੋਹਣੇ ਆਨਸਰਸ ਦਿੱਤੇ ਸੀਗੇ। but let's try to go in little bit more details and take the guidance from ਗੁਰਬਾਣੀ। ਸਾਨੂੰ ਗੁਰਬਾਣੀ ਕੀ ਕਹਿੰਦੀ ਹੈ ਕਿ ਵੀ ਮੱਥਾ ਟੇਕਣਾ ਦਾ ਮੀਨਿੰਗ ਕੀ ਹੈ ਕਿ we are completely surrendering ourselves to ਗੁਰਬਾਣੀ। we are committing, we are promising कि मेरे कोल bad voice है and I will do my best to gain the knowledge, accept the knowledge from Gurbani to improve my behavior. Yeah, that is the reason we go and ਅਸੀਂ ਮੱਥਾ ਟੇਕਦੇ ਹਾਂ ਕਿਉਂਕਿ we all know we all have a bad voice which at times drives us, ਹੈ ਨਾ। ਅਸੀਂ ਹੋਮਵਰਕ ਕੀਤਾ ਸੀਗਾ, ਅਸੀਂ ਸਿੱਖਿਆ ਸੀਗਾ ਕਿ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਅਸੀਂ we not always get driven by the bad voice but there are majority of the times ਜਦੋਂ ਅਸੀਂ ਆਪਣੀ ਬੈਡ ਵੌਇਸ ਨੂੰ ਲਿਸਨ ਕਰਦੇ ਹਾਂ ਔਰ ਬੈਡ ਵੌਇਸ ਜਿਹੜੀ ਹੈ ਸਾਨੂੰ ਉਹ ਉਸ ਤਰ੍ਹਾਂ ਦੇ ਐਕਸ਼ਨਸ ਕਰਨ ਲਈ ਡਰਾਈਵ ਕਰਦੀ ਹੈ ਜਿਹੜੇ ਕਿ ਅਨਈਜ਼ੀਨੈਸ ਔਰ ਜਿਹੜਾ এনवायरमेंट ਕ੍ਰੀਏਟ ਕਰਦੀ ਹੈ ਜਿਹੜਾ ਕਿ ਇਟਸ ਨਾਟ ਗੁੱਡ ਫॉर ਅਸ ਐਂਡ ਨਾਟ ਫॉर ਐਵਰੀਬਡੀ ਐਲਸ। ਸੋ ਜਦੋਂ ਅਸੀਂ ਗੁਰਦੁਆਰੇ ਜਾ ਰਹੇ ਹਾਂ ਵੀ ਆਰ ਸਰੈਂਡਰਿੰਗ ਇਨ ਫਰੰਟ ਆਫ ਗੁਰਬਾਣੀ ਕਿ we are here to seek the knowledge, to gain the knowledge from a source which will help me listen or connect with my good voice. So ਇਹਦੇ ਵਾਸਤੇ ਜਿਹੜੀ ਫਿਜ਼ੀਕਲ ਐਕਟੀਵਿਟੀ ਅਸੀਂ ਕਰਦੇ ਹਾਂ ਕੀ ਕਰਦੇ ਹਾਂ we go and we do the matha take, we bow our head. Okay, so ਇਹ ਆਪਾਂ ਜਿਹੜਾ ਹੈ ਪਹਿਲਾਂ ਕਰ ਚੁੱਕੇ ਹਾਂ। So it will be good if somebody can answer this question for me. What is in our head that makes us so different to other species? ਇਹ ਆਪਾਂ ਪਹਿਲਾਂ question cover ਕਰ ਚੁੱਕੇ ਹਾਂ and I would like anyone from here if you guys can answer. ਹਾਂਜੀ ਦਿਵਨੈਨ ਕੌਰ ਜੀ। A brain. Very good, excellent. ਹਾਂਜੀ ਤੇਜਵੀਰ ਸਿੰਘ ਜੀ। We have ideas for the future. Very good, ਠੀਕ ਹੈ, good. ਹਾਂਜੀ ਜਸਦੀਪ ਸਿੰਘ ਜੀ। ਸਾਡੇ ਕੋਲ power ਹੈ thinking ਵਾਸਤੇ। ਹਾਂਜੀ ਵੈਰੀ ਗੁੱਡ, ਐਕਸਲੈਂਟ, ਹੈ ਨਾ। ਸੋ ਸਾਡੇ ਕੋਲ ਹੈਗਾ ਕਿ ਅਸੀਂ ਕਹਿ ਰਹੇ ਕਿ ਵੀ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਅਸੀਂ ਮੱਥਾ ਟੇਕਦੇ ਹਾਂ ਐਟ ਦਾ ਸੇਮ ਟਾਈਮ ਜਦੋਂ ਅਸੀਂ ਬੋ ਡਾਊਨ ਕਰਦੇ ਹਾਂ ਤਾਂ ਸਾਡੀ ਜਿਹੜੀ ਹੈ ਪੂਰੀ ਬਾਡੀ ਬੋ ਡਾਊਨ ਕਰਦੀ ਹੈ, ਸਾਡੇ ਹੱਥ ਵੀ ਥੱਲੇ ਲੱਗਦੇ ਹੈ, ਸਾਡਾ ਫੇਸ ਵੀ ਥੱਲੇ ਲੱਗਦਾ ਹੈ। ਬਟ ਵਾਈ ਡੂ ਵੀ ਕਾਲ ਇਟ ਕਿ ਅਸੀਂ ਮੱਥਾ ਟੇਕ ਰਹੇ ਹਾਂ, ਹੈ ਨਾ। ਮੱਥਾ ਕੀ ਹੁੰਦਾ ਅਸੀਂ ਆਪਣਾ ਹੈਡ ਥੱਲੇ ਬੋ ਡਾਊਨ ਕਰ ਰਹੇ ਹਾਂ।
ਸੋ ਆਪਾਂ ਜਿਵੇਂ ਤੁਸੀਂ ਸਾਰੇ ਬੱਚਿਆਂ ਨੇ ਦੱਸਿਆ ਕਿ ਸਾਡੇ ਅਸੀਂ ਇਹਨੂੰ ਕਿਉਂ ਕਹਿੰਦੇ ਆ ਮੱਥਾ ਟੇਕਣਾ। ਹਾਂਜੀ ਜਸਕੀਰਤ ਸਿੰਘ ਜੀ। ਸੋ ਅਸੀਂ ਵਿਜ਼ਡਮ ਲੈ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਤੋਂ। ਹਾਂਜੀ ਵੈਰੀ ਗੁੱਡ, ਵੈਰੀ ਐਕਸਲੈਂਟ, ਹੈ ਨਾ। ਸੋ ਸਾਡੇ ਹੈਡ ਦੇ ਵਿੱਚ ਜੋ ਹੈ ਉਹ ਜਿਹੜਾ ਸਾਡਾ ਬ੍ਰੇਨ ਹੈ, ਅਸੀਂ ਜਿਹੜਾ ਆਪਣਾ ਬ੍ਰੇਨ ਹੈ ਜੋ ਸਾਨੂੰ ਗਾਈਡ ਕਰਦਾ ਹੈ ਕੌਨਸਟੈਂਟਲੀ, ਜਿਹੜੇ ਸਾਡੇ ਬਾਕੀ ਬਾਡੀ ਪਾਰਟਸ ਨੇ ਉਹਨਾਂ ਨੂੰ ਡਰਾਈਵ ਕਰਦਾ ਹੈ ਟੂ ਪਰਫਾਰਮ ਦੀ ਐਕਸ਼ਨਸ। ਉਹ ਜਿਹੜਾ ਬ੍ਰੇਨ ਹੈ, ਉਹ ਜਿਹੜੀ ਮੱਤ ਹੈ, ਅਸੀਂ ਉਸ ਮੱਤ ਨੂੰ ਜਿਹੜਾ ਸਰੈਂਡਰ ਕਰਦੇ ਆ ਤਾਂ ਕਿ ਸਾਨੂੰ ਅੱਛੀ ਨੌਲੇਜ ਮਿਲ ਸਕੇ ਟੂ ਲਿਵ ਆਵਰ ਲਾਈਫ ਐਂਡ ਡੂ ਆਵਰ ਐਕਸ਼ਨਸ ਜਿਹੜੇ ਅਸੀਂ ਰੂਟੀਨਲੀ ਹਰ ਰੋਜ਼ ਪਰਫਾਰਮ ਕਰਦੇ ਹਾਂ। ਠੀਕ ਹੈ ਨਾ। ਸੋ ਉਹ ਜਿਹੜਾ ਬ੍ਰੇਨ ਹੈਗਾ, ਸੋ ਬ੍ਰੇਨ can take the knowledge about the good voice where it helps me to become a better human being. So ਸਾਡਾ ਪਰਪਸ ਕੀ ਹੈਗਾ ਕਿ ਅਸੀਂ ਇੱਕ ਅੱਛੇ ਇਨਸਾਨ ਬਣਨਾ ਹੈ। ਸੋ ਉਹ ਉਸ ਪਰਪਸ ਲਈ ਅਸੀਂ ਪਹਿਲਾਂ ਬੜਾ ਇਨ ਡੀਟੇਲ ਆਪਾਂ ਇਹ ਟੌਪਿਕ ਡਿਸਕਸ ਕੀਤਾ ਸੀਗਾ ਕਿ ਸਾਡੇ ਬ੍ਰੇਨ ਜੋ ਸਾਡਾ ਇੱਕ ਬੁੱਧੀ ਹੈ ਸਾਡੀ, ਜਿਹੜਾ ਉਹ ਟੂਲ ਹੈਗਾ ਜਿਹੜਾ ਸਾਨੂੰ ਆਪਣੀ ਗੇਮ ਆਫ ਲਾਈਫ ਵਿੱਚ ਹੈਲਪ ਕਰਦਾ ਹੈ, ਉਹਨੂੰ ਕੌਨਸਟੈਂਟ ਰਿਮਾਈਂਡਰਸ ਚਾਹੀਦੇ ਹੁੰਦੇ ਨੇ ਹਾਊ ਇਟ ਕੈਨ connect with the good voice or how it can listen to the good voice and then help me perform the actions driven by the good voice or the jyot. So ਜੇ ਮੇਰੇ actions ਜਿਹੜੇ ਨੇ good voice ਨੂੰ ਦੇ through drive ਹੁੰਦੇ ਨੇ, then it helps me become a better human being. So it is the brain ਜਿਹੜਾ ਉਹ knowledge ਲੈਂਦਾ ਹੈ। that is why ਜਦੋਂ ਅਸੀਂ bow down ਕਰਦੇ ਹਾਂ ਅਸੀਂ ਕਹਿੰਦੇ ਹਾਂ ਅਸੀਂ ਮੱਥਾ ਟੇਕ ਰਹੇ ਹਾਂ, ਅਸੀਂ ਆਪਣੀ ਮੱਤ ਨੂੰ ਸਰੈਂਡਰ ਕਰ ਰਹੇ ਹਾਂ, ਅਸੀਂ ਉਸ ਆਪਣੀ ਬੁੱਧੀ ਨੂੰ ਸਰੈਂਡਰ ਕਰ ਰਹੇ ਹਾਂ ਕਿ ਅਸੀਂ ਗੁੱਡ ਵੌਇਸ ਲੈ ਸਕੀਏ ਤਾਂ ਕਿ ਅਸੀਂ ਆਪਣੀ ਲਾਈਫ ਨੂੰ ਇੱਕ ਅੱਛੇ ਹਿਊਮਨ ਬੀਇੰਗ ਵਾਂਗ ਲਿਵ ਕਰ ਸਕੀਏ। ਤੇ ਹੁਣ ਉਹਦੇ ਨਾਲ ਕੀ ਹੋ ਰਿਹਾ, ਅਸੀਂ ਇਫ ਵੀ ਆਰ ਰੈਡੀ to gain the knowledge to connect with our good voice, ਤਾਂ ਫਿਰ ਜਿਹੜਾ ਇਹ symbol ਹੈ, what it is doing, what are we giving away? If we are getting something, we have to give away something as well. Then we are willingly giving away our bad voice. So ਅਸੀਂ accept ਕਰਦੇ ਹਾਂ ਕਿ yes, okay, I am going down, I am prepared, I am ready to let go of my bad voice. I understand that being angry has brought so much trouble in my life. I am now willingly ready to let it go. ਮੈਨੂੰ ਬਹੁਤ ਸਾਰੀਆਂ attachments, desires, ego, ਇਹ ਸਾਰੀਆਂ problems ਹੈਗੀਆਂ ਨੇ। I am willingly accepting the weaknesses I have and I am now ready to give it away and giving the promise as well that, okay, yes, the knowledge I will get, I will use that knowledge to help getting connected with my good voice. ठीक है, ਹੁਣ ਇਹ ਕੁਐਸਚਨ ਕੀ ਸਾਡੇ ਕੋਲ, why only ਮੱਥਾ ਟੇਕਣਾ, ਜਿਹੜਾ ਆਪਾਂ ਹੁਣੇ ਗੱਲ ਕੀਤੀ ਹੈ ਕਿ ਵੀ ਸਾਡੇ ਜਿੰਨੇ ਵੀ ਬੋਡੀ ਪਾਰਟਸ ਨੇ they are all being driven from brain. ਆਪਾਂ ਪਹਿਲਾਂ ਜਦੋਂ ਆਪਾਂ ਆਪਣੀ ਗੁੱਡ ਵੌਇਸ ਵਾਲੀ ਐਕਸਰਸਾਈਜ਼ ਕਰ ਰਹੇ ਸੀਗੇ, ਉਹਦੇ ਵਿੱਚ ਆਪਾਂ ਬਹੁਤ ਸਾਰੇ ਇੱਦਾਂ ਦੇ ਡਿਫਰੈਂਟ ਐਗਜ਼ਾਮਪਲਸ ਲਏ ਸੀ। ਅਸੀਂ ਇੱਕ ਵੀਡੀਓ ਵੀ ਦੇਖਿਆ ਸੀਗਾ, ਉਸ ਵੀਡੀਓ ਵਿੱਚ ਅਸੀਂ ਦੇਖਿਆ ਸੀਗਾ ਕਿ ਕਿਸੇ ਸਾਡੀ ਆਈਜ਼ ਨੇ ਜਿਹੜੀਆਂ ਉਹ ਕਿੱਦਾਂ ਬਾਹਰੋਂ ਨੌਲੇਜ ਦੇਖਦੀਆਂ ਕਿਸੇ ਆਬਜੈਕਟ ਨੂੰ ਦੇਖ ਕੇ, ਉਹ ਇਨਸਾਈਡ ਫਿਰ ਜਿਹੜੀ ਉਹ ਪਿਕਚਰ ਬਣਦੀ ਹੈ, ਉਹ ਸਾਡਾ ਬ੍ਰੇਨ ਕਿਵੇਂ ਪ੍ਰੋਸੈਸ ਕਰਕੇ ਉਹ ਸਾਨੂੰ ਉਹ ਫਿਰ ਦੱਸਦਾ ਹੈ ਕਿ ਵੀ ਵਾਟ ਇਜ਼ ਦਿਸ ਆਬਜੈਕਟ, ਹੈ ਨਾ। ਅਸੀਂ ਜੇ ਕਿਸੇ ਜਗ੍ਹਾ ਤੇ ਹੱਥ ਲਗਾਉਂਦੇ ਹਾਂ, ਟੱਚ ਕਰਦੇ ਹਾਂ, ਤਾਂ ਇਟਸ ਆਵਰ ਬ੍ਰੇਨ, ਇਟ ਟੈਲਸ ਅਸ ਕਿ ਵੀ ਇਹ ਚੀਜ਼ ਸੌਫਟ ਹੈ, ਹਾਰਡ ਹੈ, ਕੋਲਡ ਹੈ, ਹੌਟ ਹੈ। So it's a brain which is passing on the message. That is why ਅਸੀਂ make sure ਕਰਦੇ ਹਾਂ ਕਿ ਅਸੀਂ ਆਪਣੀ ਮੱਤ ਨੂੰ
ਸਰੈਂਡਰ ਕਰਦੇ ਹਾਂ। ਠੀਕ ਹੈ ਜੀ, ਇਟਸ ਬ੍ਰੇਨ ਜਿਹੜਾ ਸਾਰੀ ਨੌਲੇਜ ਨੂੰ ਪ੍ਰੋਸੈਸ ਕਰਕੇ ਫਿਰ ਸਾਡੀ ਜਿਹੜੀ ਹੈ ਉਹ ਬੋਡੀ ਦੇ ਥਰੂ, ਡਿਫਰੈਂਟ ਪਾਰਟਸ ਆਫ ਆਵਰ ਬੋਡੀ ਦੇ ਥਰੂ ਉਹ ਸਾਨੂੰ ਡਾਇਰੈਕਟ ਕਰਦਾ ਹੈ। ਸੋ ਸਾਡੇ ਬ੍ਰੇਨ ਨੂੰ ਟ੍ਰੇਨ ਕਰਨ ਵਾਸਤੇ ਹਾਊ ਇਟ ਕੈਨ ਕਨੈਕਟ ਵਿਦ ਗੁੱਡ ਵੌਇਸ, we surrender ourselves in front of Gurbani. Why do we only bow in front of Gurbani and not anyone else? Okay. So Gurbani is the only source of knowledge that helps me improve and be a good human being. So ਅਸੀਂ ਸਿੱਖਦੇ ਹਾਂ ਕਿ ਵੀ there are lots of other knowledge out available as well, but ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ ਕਿਉਂਕਿ ਗੁਰਬਾਣੀ is the only source। ਆਪਾਂ ਇਹ ਵੀ ਕਾਫੀ in detail ਪਹਿਲਾਂ ਸਿੱਖਿਆ ਸੀਗਾ, but we will touch it again today ਕਿ ਗੁਰਬਾਣੀ is the only source which is helping me to connect with my good voice। ਬਾਕੀ ਜਿੰਨੇ ਵੀ ਹੋਰ ਨੌਲੇਜ ਮੈਂ ਲੈਂਦਾ ਉਹ ਨੌਲੇਜ ਮੈਨੂੰ ਮੇਰੀ ਫਿਜ਼ੀਕਲ ਗੋਲਸ ਦੇ ਵਿੱਚ ਹੈਲਪ ਕਰਦੀ ਹੈ, ਬਟ ਹਾਊ ਆਈ ਕੈਨ ਦੈਨ ਅਚੀਵ ਦੋਜ਼ ਫਿਜ਼ੀਕਲ ਗੋਲਸ ਬਾਈ ਬੀਇੰਗ ਓਨੈਸਟ, ਬਾਈ ਬੀਇੰਗ ਸਟਰੋਂਗ, ਬਾਈ ਬੀਇੰਗ ਪਿਓਰ, ਉਹ ਨੌਲੇਜ ਜਿਹੜੀ ਹੈ ਮੈਨੂੰ ਗੁਰਬਾਣੀ 'ਚ ਮਿਲਦੀ ਹੈ। ਇਸ ਕਰਕੇ ਵੀ ਬੋ ਟੂ ਗੁਰਬਾਣੀ and not to anyone else at all. Okay. The second thing is that Gurbani is a complete knowledge. ਜਿੰਨੀ ਵੀ ਅਸੀਂ ਫਿਜ਼ੀਕਲ ਨੌਲੇਜ ਜਿਹੜੀ ਲੈਂਦੇ ਆ ਅਸੀਂ ਉਸ ਨੌਲੇਜ ਦੇ ਵਿੱਚ ਕਨਸਟੈਂਟ ਇੰਪਰੂਵਮੈਂਟਸ, ਚੇਂਜਸ ਹੁੰਦੀਆਂ ਰਹਿੰਦੀਆਂ ਨੇ, ਬਟ ਗੁਰਬਾਣੀ ਜੋ ਹੈ as is complete written document ਹੈ ਜਿਹਦੇ ਵਿੱਚ ਅਸੀਂ changes ਨਹੀਂ ਕਰ ਸਕਦੇ, and it has the knowledge, it has the strength to help me improve in my behavior and help me become a better citizen, a better human being, a better child, a better player। it's complete in itself ਕਿਉਂਕਿ ਬਾਕੀ ਜਿੰਨੀ ਵੀ ਫਿਜ਼ੀਕੈਲਿਟੀ 'ਚ ਆਪਾਂ ਨੌਲੇਜ ਗੇਨ ਕਰ ਰਹੇ ਹਾਂ, ਕੋਈ ਵੀ ਹੋਵੇ, ਭਾਵੇਂ ਉਹ ਨੰਬਰਸ ਦੀ ਨੌਲੇਜ ਹੈ, ਭਾਵੇਂ ਉਹ ਸਾਇੰਸ ਦੀ ਨੌਲੇਜ ਹੈ, ਜੋ ਅੱਜ ਤੋਂ ਈਅਰਸ ਅਗੋ ਥਿਊਰੀਜ਼ ਲਿਖੀਆਂ ਗਈਆਂ ਸੀ, ਉਹਨਾਂ ਦੇ ਉੱਤੇ ਕਨਸਟੈਂਟ ਰਿਸਰਚ ਚੱਲਦੀ ਰਹਿੰਦੀ ਹੈ ਐਂਡ ਦੇ ਕੀਪ ਔਨ ਚੇਂਜਿੰਗ ਦੈਟ। ਉਹਨਾਂ ਨੂੰ ਥੋੜੀ ਦੇਰ ਬਾਅਦ ਅਸੀਂ ਅਪਡੇਟ ਕਰਦੇ ਰਹਿੰਦੇ ਹਾਂ। ਜਿਵੇਂ ਕਿ ਸਾਡੀ ਪਲੈਨਟਸ ਹੀ ਹੈਗੇ ਨੇ, ਸਾਡੇ ਗੈਲੈਕਸੀ ਦੇ ਵਿੱਚ ਕਿੰਨੇ ਪਲੈਨਟਸ ਨੇ, ਹੈ ਨਾ, ਉਹ ਵੀ ਨੰਬਰਸ ਉਹਨਾਂ ਦੇ ਵੱਧਦੇ ਘਟਦੇ ਰਹਿੰਦੇ ਨੇ। ਕੁਝ ਪਲੈਨਟ ਮੂਵ ਹੋ ਗਏ, ਕੁਝ ਪਲੈਨਟ ਨਵੇਂ ਐਡ ਹੋ ਗਏ। ਸੋ ਦਿਸ ਨੌਲੇਜ ਜਿੰਨੀ ਵੀ ਫਿਜ਼ੀਕੈਲਿਟੀ 'ਚ ਹੈਗੀ ਹੈ ਇਹ ਕਨਸਟੈਂਟਲੀ ਚੇਂਜ ਹੋ ਰਹੀ ਹੈ, ਬਟ ਗੁਰਬਾਣੀ ਇਜ਼ ਅ ਕੰਪਲੀਟ ਨੌਲੇਜ ਜਿਹਦੇ ਵਿੱਚ ਕੋਈ ਐਡੀਸ਼ਨ ਜਾਂ ਸਬਸਟ੍ਰੈਕਸ਼ਨਸ ਨਹੀਂ ਹੋ ਰਹੀਆਂ। itself is a complete knowledge। ਤਾਂ ਹੀ ਕਰਕੇ ਅਸੀਂ ਗੁਰਬਾਣੀ ਨੂੰ ਅਲਟੀਮੇਟ ਸੋਰਸ ਮੰਨਦੇ ਹਾਂ to help me become a complete individual, an improved individual। Okay? So it's Gurbani talks about me and how I can listen to the good voice। Again, that good voice resides within me। ਸੋ ਜਿੰਨਾ ਜ਼ਿਆਦਾ ਮੈਂ ਆਪਣੇ ਆਪ ਨੂੰ ਗੁਰਬਾਣੀ ਤੋਂ ਨੌਲੇਜ ਲੈ ਕੇ ਇੰਪਰੂਵ ਕਰਦਾ ਰਹਿੰਦਾ, ਜਿੰਨਾ ਜ਼ਿਆਦਾ ਮੈਂ ਸੈਲਫ ਰਿਫਲੈਕਟ ਕਰਦਾ ਰਹਿੰਦਾ, ਉਨਾ ਜ਼ਿਆਦਾ ਮੈਂ ਗੁਰਬਾਣੀ ਤੋਂ ਗਾਈਡੈਂਸ ਲੈ ਕੇ ਆਪਣੀ ਗੁੱਡ ਵੌਇਸ ਨਾਲ, ਆਪਣੀ ਜੋਤ ਨਾਲ ਕਨੈਕਟ ਕਰ ਸਕਦਾ। ਸੋ I have a role to play, and that role is, first thing, I am bowing down in front of Gurbani, letting go of my bad voice and promising to apply the guidance I am taking from Gurbani in my life to be able to connect with my good voice। Right? So that's the role which we all have to play, but Gurbani is the only source which can help me. That is why we are bowing down to Gurbani। So let's quickly try to understand one pankti।
ਜਿਹੜੀ ਸਾਨੂੰ ਗੁਰਬਾਣੀ ਦੇ ਵਿੱਚ ਮਿਲੀ ਹੈ ਉਹ ਆਪਾਂ ਸਿੱਖ ਰਹੇ ਹਾਂ ਉਸ ਪੰਕਤੀ ਚੋਂ। ਕੁਐਸਚਨ ਪਹਿਲਾਂ ਤੁਹਾਡੇ ਸਾਰੇ ਬੱਚਿਆਂ ਵਾਸਤੇ ਹੈਗਾ, before I get into it, okay, is there any point in bowing if we don't accept the teachings? This is a question for all of us. Anyone here, can you answer this? You can type the answers. Is there any point in bowing if we don't accept the teachings? Or chalo, okay, let's not say, okay, is there a point of saying sorry if we are not ready to help or improve ourselves? हाँ, बच्चे सारे बच्चे ने लिखा कि भी नो। ठीक, excellent. So okay, Jasdeep Singh ji, can you tell me why do we say sorry? Because we do that if there is no point in doing it, because then you aren't taking in any of that information, and you want yeah, you don't want to listen, you don't want to respect it. ठीक है, very good. कोई और बच्चा दस सकता है कि why do we say sorry? हाँ जी देवनैन कौर जी। ਮੈਨੂੰ ਲੱਗਦਾ ਅਸੀਂ ਸੌਰੀ ਤਾਂ ਬੋਲਣਾ ਜਦ ਅਸੀਂ ਕੁਛ ਗਲਤ ਕੰਮ ਕਰਦੇ ਹਾਂ ਤਾਂ ਅਸੀਂ ਕਹਿੰਦੇ ਆ ਸੌਰੀ ਕਿ ਮੈਂ ਫਿਰ ਤੋਂ ਨਹੀਂ ਕਰਾਂਗੀ, ਮੈਂ ਟਰਾਈ ਕਰਾਂਗੀ ਕਿ ਮੇਰੇ ਤੋਂ ਸੇਮ ਮਿਸਟੇਕ ਨਾ ਫਿਰ ਤੋਂ ਹੋਏ। very good, that's excellent. हाँ जी मनवीर सिंह जी। That's what I wanted to share. ठीक है जी, very good, है ना। ਚਲੋ ਸਾਰੇ ਬੱਚਿਆਂ ਨੇ ਕੀ ਦੱਸਿਆ ਕਿ ਮੈਂ ਅਸੀਂ ਸੌਰੀ ਬੋਲਦੇ ਹਾਂ ਕਿ ਅਸੀਂ ਐਕਸੈਪਟ ਕਰਦੇ ਹਾਂ ਕਿਉਂਕਿ ਮੇਰੇ ਕੋਲ ਗਲਤੀ ਹੋ ਗਈ ਹੈ, ਕਿਉਂਕਿ ਵੀ ਆਰ ਆਲ ਹਿਊਮਨ ਬੀਇੰਗਸ, ਵੀ ਆਲ ਮੇਕ ਮਿਸਟੇਕਸ, ਤੇ ਅਸੀਂ ਸੌਰੀ ਬੋਲਦੇ ਹਾਂ ਕਿ ਅਸੀਂ ਇਹਨੂੰ ਰਿਪੀਟ ਨਹੀਂ ਕਰਾਂਗੇ। ਬਟ ਗੁਰਬਾਣੀ ਕੀ ਕਹਿ ਰਹੀ ਹੈ, ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ। ਹੁਣ ਕੀ ਕਹਿ ਰਹੀ ਹੈ ਗੁਰਬਾਣੀ ਕਿ ਜਿਹੜਾ ਅਪਰਾਧੀ ਹੁੰਦਾ ਨਾ, ਜਿਹੜਾ ਕਲਪਰੇਟ ਹੁੰਦਾ ਹੈ, ਜਿਹੜਾ ਗਲਤੀ ਕਰਦਾ ਹੈ, ਉਹ ਕੀ ਕਰਦਾ ਹੈ, ਉਹ ਐਕਸਟਰਾ ਬੋਇੰਗ ਕਰਦਾ ਹੈ, ਪਰ ਉਹ ਪ੍ਰਟੈਂਡ ਕਰ ਰਿਹਾ ਹੁੰਦਾ ਹੈ, ਉਹ ਰੈਡੀ ਨਹੀਂ ਹੈ ਕਿ ਉਹਨੇ ਆਪਣੇ ਆਪ ਨੂੰ ਇੰਪਰੂਵ ਕਰਨਾ ਹੈ। ਉਹ ਕੀ ਕਰ, every time it makes a mistake, it will just bow down because it knows that by bowing down I can protect myself. ਉਹ pretend ਕਰ ਰਿਹਾ ਹੈ bowing down ਹੋਣ ਵਾਸਤੇ, but it is actually not bowing down. Physically bowing down is not accepted unless ਤੁਸੀਂ mentally prepared ਹੋ, ਜੋ ਆਪਾਂ ਹੁਣੇ ਸਿੱਖਿਆ ਸੀ ਕਿ ਅਸੀਂ willingly ਆਪਣੀ ਜਿਹੜੀ ਸ਼ਾਰਟਕਮਿੰਗਸ, ਆਪਣੀਆਂ ਵੀਕਨੈਸਿਸ ਨੂੰ ਇੰਪਰੂਵ ਕਰਨ ਲਈ ਅਸੀਂ ਬੋ ਡਾਊਨ ਕਰੀਏ। ਜੇ ਅਸੀਂ ਉਹਦੇ ਵਾਸਤੇ ਪ੍ਰਪੇਅਰ ਨਹੀਂ ਹੈਗੇ, ਅਸੀਂ ਆਪਣੀ ਫਿਜ਼ੀਕਲ ਨੌਲੇਜ ਵਿੱਚ ਵੀ, ਜੇ ਅਸੀਂ ਸਕੂਲ ਜਾ ਕੇ ਪਹਿਲੇ ਇਸ ਪ੍ਰੀਸੈਟ ਮਾਈਂਡ ਨਾਲ ਜਾਂਦੇ ਹਾਂ ਕਿ ਵੀ ਆਈ ਨੋ ਐਵਰੀਥਿੰਗ, ਵੀ ਵਿਲ ਨੈਵਰ ਬੀ ਏਬਲ ਟੂ ਲਰਨ ਐਨੀਥਿੰਗ ਫਰੋਮ ਸਕੂਲ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ, ਦੈਨ ਅਸੀਂ ਉਹਨੂੰ ਫਿਜ਼ੀਕਲੀ ਜਿਹੜਾ ਐਕਸੈਪਟ ਕਰਦੇ ਹਾਂ ਕਿ ਯੈਸ ਆਈ ਐਮ ਹੀਅਰ to improve, I am here to seek and gain the knowledge to improve। ਪਰ ਗੁਰਬਾਣੀ ਕੀ ਕਹਿ ਰਹੀ ਹੈ, ਅਪਰਾਧੀ ਦੂਣਾ ਨਿਵੈ। ਉਹ ਬਾਰ-ਬਾਰ ਬੋ ਕਰਦਾ ਹੈ, ਜਿਹੜਾ ਕਲਪਰੇਟ ਹੁੰਦਾ ਉਹ ਗਲਤੀ ਕਰਦਾ, ਫਿਰ ਬੋ ਕਰਦਾ ਹੈ, ਜੋ ਹੰਤਾ ਮਿਰਗਾਹੇ, ਕਿ ਜਿਹੜਾ ਹੰਟਰ ਹੈ ਨਾ, ਹੰਟਰ ਉਹ ਡੀਅਰ ਦੇ ਅੱਗੇ ਬੋ ਡਾਊਨ ਕਰਦਾ ਹੈ, ਬਟ ਉਹਦੀ ਜਿਹੜੀ ਇੰਟੈਂਸ਼ਨਸ ਨੇ ਨਾ, ਉਹ ਇੰਟੈਂਸ਼ਨਸ ਨੇ ਕੀ ਨੇ, ਉਹਨੂੰ ਕਿਲ ਕਰਨ ਦੀਆਂ ਨੇ। ਜਿਹੜਾ ਹੰਟਰ ਹੈ, ਜਿਵੇਂ ਹੰਟਰ ਡੀਅਰ ਦੇ ਅੱਗੇ ਬੋ ਡਾਊਨ ਕਰਕੇ ਉਹਨੂੰ ਕਿਲ ਕਰ ਰਿਹਾ ਹੈ, ਇੱਕ ਬੈਡ ਇੰਟੈਂਸ਼ਨ ਹੈ। ਐਦਾਂ ਦੀ ਬੈਡ ਇੰਟੈਂਸ਼ਨ ਨਾਲ ਜੇ ਅਸੀਂ ਬੋ ਡਾਊਨ ਕਰਦੇ ਹਾਂ ਤਾਂ ਇਹਨੂੰ ਗੁਰਬਾਣੀ ਕੀ ਕਹਿ ਰਹੀ ਹੈ ਕਿ ਯੂ ਆਰ ਨਾਟ ਗੋਇੰਗ ਟੂ ਹੈਲਪ ਯੋਰਸੈਲਫ, ਤੁਸੀਂ ਯੂ ਵਿਲ ਬੀ ਲਾਈਕ ਦੈਟ ਕਲਪ੍ਰਿਟ।
ਕਿ ਜਿਹੜਾ ਕਿਸੇ ਨੂੰ ਕਿਲ ਕਰਨ ਵਾਸਤੇ ਉਹਦੇ ਅੱਗੇ ਬੋ ਡਾਊਨ ਕਰ ਰਿਹਾ ਹੈ। ਸੋ ਲੈਟਸ ਆਲ promise, let's all commit ਕਿ ਅਸੀਂ ਉਸ ਕਲਪ੍ਰਿਟ ਵਰਗੇ ਨਹੀਂ ਬਣਨਾ। ਅਸੀਂ for the sake of bowing down, bow down ਨਹੀਂ ਕਰਨਾ। ਅਸੀਂ it's a very simple exercise ਕਿ ਅਸੀਂ ਫਟਾਫਟ ਜਾਂਦੇ ਹਾਂ, ਮੱਥਾ ਟੇਕ ਦਿੰਦੇ ਹਾਂ, but the message which is there to get from this physical exercise is very strong and it plays a very big role in our life. Any simple ਚੀਜ਼ ਦੇ ਵਿੱਚੋਂ we don't just bow down in front of anything. ਜਦੋਂ ਸਾਡੀ ਜਿਹੜੀ ਇਹ ਟ੍ਰੈਡੀਸ਼ਨ ਵੀ ਚੱਲਦੀ ਆ ਰਹੀ ਹੈ, ਜੇ ਅਸੀਂ ਇੰਡੀਅਨ ਕਲਚਰ ਨੂੰ ਵੀ ਦੇਖਦੇ ਹਾਂ, ਕਿਵੇਂ ਜਿਵੇਂ ਇੱਕ ਜਿਹੜਾ ਕਿੰਗਡਮਸ ਹੁੰਦੇ ਸੀਗੇ, ਜਿਹੜਾ ਛੋਟਾ ਰਾਜਾ ਹੁੰਦਾ ਸੀ ਜਿਹਦੇ ਕੋਲ ਛੋਟੀ ਕਿੰਗ ਆਪਣੀ ਐਮਪਾਇਰ ਹੁੰਦਾ ਸੀ, ਉਹ ਜਿੰਨਾ ਚਿਰ ਤੱਕ ਉਹ ਆਪਣੇ ਐਮਪਾਇਰ ਵਿੱਚ ਹੈ ਉਹ ਕਿੰਗ ਹੈ, ਬਟ ਜਦੋਂ ਉਹ ਕਿਸੇ ਵੱਡੇ ਐਮਪਾਇਰ ਵਾਲੇ ਰਾਜੇ ਕੋਲ ਜਾਂਦਾ ਸੀ ਤਾਂ ਉਹ ਉਹਦੇ ਅੱਗੇ ਸਰੈਂਡਰ ਕਰਦਾ ਸੀਗਾ ਕਿਉਂਕਿ ਤੁਸੀਂ ਵੱਡੇ ਹੋ, ਹਨਾ। ਜਦੋਂ ਵੀ ਉਹ ਕੋਈ ਇੱਕ ਦੂਜੇ ਤੋਂ ਜਿੱਤ ਲੈਂਦੇ ਸੀਗੇ ਤਾਂ ਜਿਹੜਾ ਉਹਦੀ ਵੈਰੀ ਫਸਟ ਥਿੰਗ ਕੀ ਹੁੰਦੀ ਸੀ ਕਿ ਰਾਜੇ ਨੂੰ, ਜਿਹੜਾ ਰਾਜਾ ਜਿੱਤ ਜਾਂਦਾ ਸੀਗਾ, ਜਿਹੜਾ ਵੀ ਉਹ ਕਿੰਗਡਮ ਦੇ ਵਿੱਚ ਜਿੱਤ ਜਾਂਦਾ ਸੀਗਾ, ਉਹਦੇ ਅੱਗੇ ਉਹਨੂੰ ਬੋ ਡਾਊਨ ਕਰਨਾ ਪੈਂਦਾ ਸੀਗਾ ਕਿ ਹਾਂਜੀ ਓਕੇ ਨਾਓ ਤੁਸੀਂ ਮੇਰੇ ਕੋਲੋਂ ਜਿੱਤ ਗਏ ਹੋ, I will bow down in front of you. And that's what we do in front of Gurbani. Okay, yes, you are definitely stronger than me. You have the strength to help me improve myself. ਇਸ ਕਰਕੇ ਮੈਂ ਤੁਹਾਡੇ ਅੱਗੇ bow down ਕਰਨਾ। ਪਰ ਗੁਰਬਾਣੀ ਕੀ ਕਹਿ ਰਹੀ ਹੈ? Let's not become like a hunter who has the bad intentions of killing the deer and then bowing in front of it. So we should not be like that hunter. ठीक है, अगली पंक्ति की करिए, शीस निवाइए क्या थिए ज हृदय कसुद्ध जाए। So bowing our head is useless if we are still following our bad voice, and or if we don't try to let go of our bad voice. So it's a useless exercise ਜੇ ਅਸੀਂ ਆਪਣੀ ਬੈਡ ਵੌਇਸ ਨੂੰ ਨਹੀਂ ਛੱਡਣਾ ਚਾਹੁੰਦੇ। ਅਸੀਂ ਮੱਥਾ ਟੇਕ ਕੇ ਘਰ ਆਉਂਦੇ ਹਾਂ ਐਂਡ ਵੀ ਸਟਿਲ ਕੌਨਸਟੈਂਟਲੀ ਕੀਪ ਔਨ ਫੋਲੋਇੰਗ ਆਵਰ ਬੈਡ ਵੌਇਸ। ਅਸੀਂ ਹੁਣੇ ਸਿੱਖਿਆ ਕਿ ਅਸੀਂ ਮੱਥਾ ਇਸ ਕਰਕੇ ਟੇਕਦੇ ਹਾਂ ਕਿ ਅਸੀਂ ਗੁਰਬਾਣੀ ਕੋਲੋਂ ਗਾਈਡੈਂਸ ਲੈਣ ਵਾਸਤੇ ਰੈਡੀ ਹਾਂ, ਅਸੀਂ ਪ੍ਰਪੇਅਰਡ ਹਾਂ ਕਿ ਮੈਨੂੰ ਗੁਰਬਾਣੀ ਹੈਲਪ ਕਰੇਗੀ ਟੂ ਲਿਸਨ ਟੂ ਮਾਈ ਗੁੱਡ ਵੌਇਸ ਐਂਡ overcome my weaknesses or shortcomings. ਉਹਦੇ ਵਾਸਤੇ it is must to have a good intent ਜਿਹੜੀ ਮੈਨੂੰ support ਕਰੇਗੀ to become a better human being. ਅਸੀਂ we always, when we bow down with the good intention, we pray to leave our bad voice in front of Gurbani ਤਾਂ ਕਿ ਸਾਨੂੰ ਸਪੋਰਟ ਮਿਲ ਸਕੇ। ਹਾਂਜੀ ਬਾਨੀ ਕੌਰ ਜੀ। ਮੈਂ ਗਲਤੀ ਨਾਲ ਹੱਥ ਰੇਸ ਕਰਤਾ ਸੀ, ਸੌਰੀ। ਠੀਕ ਹੈ ਜੀ, ਨੋ ਵਰੀਜ਼। ਠੀਕ ਹੈ ਜੀ। ਹਾਂ, ਜਿਵੇਂ there is no point ਜਿਹੜੀ bowing down like that hunter ਜਿਹਦੀ ਇੰਟੈਂਸ਼ਨਸ ਗਲਤ ਨੇ। ਸਾਨੂੰ we have to have a good intention when we are bowing down in front of Gurbani. Any questions here? ਕਿਉਂਕਿ ਇਹ ਬਹੁਤ strong message ਹੈਗਾ ਇਸ ਪੰਕਤੀ ਦੇ ਵਿੱਚ। Just want to make sure ਕਿ ਵੀ ਸਾਨੂੰ ਸਮਝ ਆ ਗਿਆ ਹੈ। Maybe it's a very simple thing, but it has got a very, very strong message ਕਿ ਜਦੋਂ ਵੀ ਅਸੀਂ ਮੱਥਾ ਟੇਕਦੇ ਹਾਂ ਸਾਡੀਆਂ intentions ਬਿਲਕੁਲ honest ਹੋਣੀਆਂ ਚਾਹੀਦੀਆਂ towards ourselves ਕਿ ਅਸੀਂ ready ਹਾਂ, ਅਸੀਂ accept ਕਰਦੇ ਹਾਂ ਸਾਡੇ ਕੋਲ weaknesses ਨੇ, ਅਸੀਂ ਆਪਣੀਆਂ weaknesses ਨੂੰ ਠੀਕ ਕਰਨਾ ਹੈ। ਠੀਕ ਹੈ ਨਾ? It's a very, very important message ਜਿਹੜਾ ਅਸੀਂ ਸਿੱਖਣਾ ਹੈ। We have been doing the matha take for so far for our life, ਜਿੰਨੇ ਵੀ ਸਾਲ ਆਪਾਂ ਬਿਤਾ ਲਏ ਨੇ, but now we have to look back and self-reflect ਕਿ how much we have accepted from Gurbani to help ourselves. ਠੀਕ ਹੈ, next time ਇਹ ਤੁਹਾਡੇ ਵਾਸਤੇ exercise ਹੋਏਗੀ ਹੁਣ। Okay ਜੀ, let's go on to the next slide ਫਿਰ ਕਿ
why do we matha take as a first thing in the gurdwara? ठीक है, ਹੁਣ ਜਿਹੜੀ very first thing, ਹਾਂਜੀ ਬਾਨੀ ਕੌਰ ਜੀ। मेरे को क्वेश्चन है ਹਾਂਜੀ ਜੇ ਸਾਨੂੰ ਲੱਗ ਰਿਹਾ ਕਿ ਹੁਣੇ ਅਸੀਂ ਗੁੱਸੇ ਵਿੱਚ ਆਏ ਹਾਂ, ਫਿਰ ਸਾਡਾ ਇੰਟੈਂਟ ਬੈਡ ਹੈ ਤੇ ਅਸੀਂ ਗੁਰਦੁਆਰੇ ਜਾ ਕੇ ਮੱਥਾ ਨਾ ਟੇਕਿਆ। ਨਹੀਂ ਨਹੀਂ, ਤੁਸੀਂ ਬਿਲਕੁਲ ਮੱਥਾ, ਐਜ਼ ਲੌਂਗ ਐਜ਼ ਤੁਸੀਂ ਐਕਸੈਪਟ ਕਰ ਰਹੇ ਹੋ ਕਿ ਤੁਸੀਂ ਗੁੱਸੇ ਵਿੱਚ ਹੋ ਐਂਡ ਦਿਸ ਨੀਡਸ ਟੂ ਬੀ ਇੰਪਰੂਵਡ, ਦੈਨ ਮੱਥਾ ਟੇਕਣਾ ਇਜ਼ ਅ ਗੁੱਡ ਥਿੰਗ। ਬਟ ਜੇ ਤੁਸੀਂ ਪ੍ਰਪੇਅਰਡ ਹੋ ਕਿ ਵੀ ਮੈਨੂੰ ਗੁੱਸਾ ਆਇਆ ਹੋਇਆ ਹੈ, ਆਈ ਐਮ ਇਨ ਐਂਗਰ ਰਾਈਟ ਨਾਓ, I am not going to go and do the matha take. Is that what ਤੁਸੀਂ ਕਹਿ ਰਹੇ ਹੋ? ਨਹੀਂ, ਮੈਂ ਕਹਿ ਰਹੀ ਹਾਂ ਕਿ ਜੇ ਮੈਨੂੰ ਲੱਗ ਰਿਹਾ ਕਿ ਮੇਰੀ ਹੁਣੇ ਇੰਟੈਂਟ ਬੈਡ ਹੈਗੀ ਹੈ, ਕਿ ਜੇ ਮੈਂ ਮੱਥਾ ਟੇਕਾਂਗੀ ਤੇ ਮੈਨੂੰ ਸਮਝ ਆ ਰਿਹਾ ਕਿ ਮੇਰੀ ਹੁਣੇ ਇੰਟੈਂਟਸ ਬੈਡ ਹੈ ਤੇ ਮੈਂ ਨਾ ਮੱਥਾ ਟੇਕਾਂ। ਇੰਟੈਂਟ ਬੈਡ ਦਾ ਕੀ ਮਤਲਬ ਹੁੰਦਾ ਬੇਟੇ? ਪਹਿਲਾਂ ਤਾਂ ਕਿ ਆਪਾਂ ਇਹਨੂੰ ਦੇਖੀਏ, ਠੀਕ ਹੈ। ਜੇ ਮੈਂ ਗੁੱਸੇ ਵਿੱਚ ਹਾਂ, that doesn't mean ਕਿ ਮੇਰੀ ਇੰਟੈਂਸ਼ਨ ਗਲਤ ਹੈ, ਠੀਕ ਹੈ। ਜੇ ਮੈਂ ਗੁੱਸੇ ਵਿੱਚ ਹਾਂ ਔਰ ਇੰਟੈਂਸ਼ਨ ਬੈਡ ਕੀ ਹੈ ਕਿ ਮੈਂ ਆਪਣੇ ਆਪ ਨੂੰ ਠੀਕ ਨਹੀਂ ਕਰਨਾ। I am accepting ਕਿ ਮੈਨੂੰ ਗੁੱਸਾ ਆ ਰਿਹਾ and I am not ready to improve on my ਗੁੱਸਾ, ਠੀਕ ਹੈ। ਇਹ ਹੈਗੀ ਹੈ ਮੇਰੀ ਬੈਡ ਇੰਟੈਂਸ਼ਨ ਕਿ ਮੈਂ ਕਹਿ ਰਿਹਾ, ਮੈਂ ਜਸਟੀਫਾਈ ਕਰ ਰਿਹਾ ਕਿ ਵੀ ਮੈਨੂੰ ਗੁੱਸਾ ਆ ਰਿਹਾ, ਇਟ ਇਜ਼ ਓਕੇ, ਮੇਰੀ ਇੰਟੈਂਸ਼ਨ ਬੈਡ ਹੈ। ਫਿਰ ਦੇਰ ਇਜ਼ ਨੋ ਪੁਆਇੰਟ ਮੱਥਾ ਟੇਕਣ ਦਾ, ਕਿਉਂਕਿ ਮੈਂ ਇਸ ਚੀਜ਼ ਵਾਸਤੇ ਐਕਸੈਪਟ ਨਹੀਂ ਹਾਂ, ਰੈਡੀ ਨਹੀਂ ਹਾਂ, ਪ੍ਰਪੇਅਰਡ ਨਹੀਂ ਹਾਂ ਕਿ ਮੈਂ ਗੁਰਬਾਣੀ ਕੋਲੋਂ ਗਾਈਡੈਂਸ ਲੈ ਕੇ ਆਪਣੇ ਆਪ ਨੂੰ ਇੰਪਰੂਵ ਕਰ ਸਕਦਾ। ਜਦੋਂ ਸਾਨੂੰ ਬਲੈਸਿੰਗਸ, ਜਿਵੇਂ ਕਿ ਸਾਡੀ ਆਪਣੀ ਡੇਲੀ ਲਾਈਫ ਵਿੱਚ ਵੀ ਹੁੰਦਾ ਨਾ, ਜਦੋਂ ਅਸੀਂ ਆਪਣੀ ਨਾਰਮਲ ਲਾਈਫ ਦੇ ਵਿੱਚ ਅਸੀਂ ਆਪਣੇ ਪੇਰੈਂਟਸ ਕੋਲ ਜਾਂਦੇ ਹਾਂ ਕਿ ਓਕੇ ਆਈ ਐਮ ਸਟਕ ਇਨ ਦਿਸ ਸਿਚੁਏਸ਼ਨ, ਕੈਨ ਯੂ ਪਲੀਜ਼ ਹੈਲਪ ਮੀ। ਫਿਰ ਪੇਰੈਂਟਸ ਕੀ ਕਰਦੇ ਆ? ਪੇਰੈਂਟਸ ਸਾਨੂੰ ਐਡਵਾਈਸ ਦਿੰਦੇ ਆ, ਓਕੇ ਦਿਸ ਇਜ਼ ਹਾਊ ਆਈ ਵੁੱਡ ਡੂ ਟੂ ਕਮ ਆਊਟ ਆਫ ਦ ਸਿਚੁਏਸ਼ਨ। ਪਰ ਹੁਣ ਜੇ ਮੈਂ ਉਹ ਐਡਵਾਈਸ ਲੈਣ ਵਾਸਤੇ ਰੈਡੀ ਨਹੀਂ ਹਾਂ, then there is no point going and talking to my parents. ਮੈਂ ਪੇਰੈਂਟਸ ਕੋਲ ਤਾਂ ਹੀ ਜਾਵਾਂਗਾ ਜੇ ਮੇਰੀ ਇੰਟੈਂਸ਼ਨਸ ਕਲੀਨ ਹੋਣਗੀਆਂ ਕਿ ਹਾਂਜੀ ਮੈਂ ਅੱਜ ਆਪਣੇ ਆਪ ਨੂੰ ਠੀਕ ਕਰਨਾ ਹੈ, ਮੈਨੂੰ ਗੁੱਸਾ ਆਇਆ ਜਾਂ ਮੈਂ ਇਸ ਸਿਚੁਏਸ਼ਨ ਵਿੱਚ ਸਟਕ ਹੋ ਗਿਆ, ਪਲੀਜ਼ ਹੈਲਪ ਮੀ। But if I know that, okay, no matter whatever they will say, I'm not going to listen to them, what's the point of going to them? You're wasting your time and their time. ਜੇ ਤੁਸੀਂ ਕਹਿੰਦੇ ਕਿ ਪੁਆਇੰਟ ਨਹੀਂ ਹੈਗਾ ਕੋਈ, ਸਾਰਾ ਮਤਲਬ ਕਿ ਗੁਰਦੁਆਰੇ ਹੀ ਨਾ ਜਾ ਕੇ ਗੁਰਦੁਆਰੇ ਜਾ ਕੇ ਮੱਥਾ ਨਾ ਟੇਕਾਂ। ਫਿਰ ਅਗੇਨ ਉਹੀ ਗੱਲ ਦੇਖੋ, ਆਪਾਂ ਲਾਸਟ ਵੀਕ ਵੀ ਸਿੱਖਿਆ ਸੀ, ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਵਾਈ ਡੂ ਵੀ ਗੋ ਟੂ ਗੁਰਦੁਆਰਾ? ਤੁਸੀਂ ਦੱਸੋਗੇ ਮੈਨੂੰ ਇੱਕ ਵਾਰੀ ਕਿ ਵਾਈ ਡੂ ਵੀ ਗੋ ਟੂ ਗੁਰਦੁਆਰਾ? ਆਪਾਂ ਲਾਸਟ ਵੀਕ ਸਿੱਖਿਆ ਸੀ। ਅੱਛੀ ਨੌਲੇਜ ਲਰਨ ਕਰਨ ਲਈ ਔਰ ਸਿੱਖਣ ਲਈ। ਹਾਂਜੀ, ਹੈ ਨਾ, ਨੌਲੇਜ ਲੈਣ ਲਈ ਤੇ ਲਰਨ ਕਰਨ ਲਈ। ਤੁਹਾਨੂੰ ਲੱਗਦਾ ਹੈ ਕਿ ਵੀ ਤੁਸੀਂ ਆਪਣੀ ਨਾਰਮਲ ਡੇਲੀ ਲਾਈਫ ਵਿੱਚ ਵੀ ਤੁਸੀਂ ਸਕੂਲ ਜਾਓਗੇ ਐਵਰੀ ਸਿੰਗਲ ਡੇ, ਤੁਸੀਂ ਪੜ੍ਹਨ ਵਾਸਤੇ ਰੈਡੀ ਨਹੀਂ ਹੋ? Is there any point of you still going to school? ਨਹੀਂ। That's it. That answers your question. ਜੇ ਤੁਸੀਂ ਪੜ੍ਹਨ ਵਾਸਤੇ ਤਿਆਰ ਨਹੀਂ ਹੋ, then ਤੁਹਾਨੂੰ ਉੱਥੇ ਜਾ ਕੇ ਉਹ ਸਪੋਰਟ, ਉਹ ਹੈਲਪ ਨਹੀਂ ਮਿਲੇਗੀ ਜੋ ਤੁਸੀਂ ਸੀਕ ਕਰ ਰਹੇ ਹੋ। ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਾ ਇਜ਼ ਅ ਪਲੇਸ ਜਿੱਥੋਂ ਮੈਨੂੰ ਸੋਝੀ ਮਿਲਦੀ ਹੈ, ਜਿੱਥੋਂ ਮੈਨੂੰ ਨੌਲੇਜ ਮਿਲਦੀ ਹੈ ਆਪਣੇ ਆਪ ਨੂੰ ਇੰਪਰੂਵ ਕਰਨ ਲਈ ਥਰੂ ਗੁਰਬਾਣੀ। ਤਾਂ ਹੀ ਕਰਕੇ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ। ਬਟ ਮੱਥਾ ਟੇਕਣ ਲਈ ਮੇਰੀ ਇੰਟੈਂਸ਼ਨਸ ਕਲੀਨ ਹੋਣੀਆਂ ਚਾਹੀਦੀਆਂ ਨੇ। ਮੇਰੀ ਇੰਟੈਂਸ਼ਨਸ ਇਹ ਨਹੀਂ ਹੋਣੀਆਂ ਚਾਹੀਦੀਆਂ ਕਿ ਆਈ ਐਮ ਡੂਇੰਗ ਅ ਸ਼ੋ ਆਫ ਬਿਕੋਜ਼ ਮਾਈ ਪੇਰੈਂਟਸ ਸੈਡ ਕਿ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਹੁੰਦਾ ਹੈ, ਨਾਓ ਆਈ ਵਿਲ ਡੂ ਇਟ। Or what else? Everybody else will say, oh, hey, Devnan came to Gurdwara, but she didn't do the matha take. I am not showing off for others. I am bowing down for myself. I am willingly accepting, yes, I do have lots of weaknesses. I do have lots of shortcomings. We all have, right? It's not only you. We all have. ਤੇ ਅਸੀਂ ਸਾਰੇ ਜਾਣਦੇ ਵੀ ਹਾਂ, we all know ਕਿ ਸਾਡੇ ਕੋਲ bad voice ਹੈਗੀ ਹੈ। As long as I am ready, I am prepared to improve myself, ਫਿਰ ਅਸੀਂ 100% faith ਰੱਖਦੇ ਹਾਂ, ਵਿਸ਼ਵਾਸ ਰੱਖਦੇ ਹਾਂ ਕਿ yes, ਗੁਰਬਾਣੀ has the knowledge to help me improve. Okay, thank you.
ਠੀਕ ਹੈ ਜੀ। ਸੋ ਐਜ਼ ਵੀ ਐਂਟਰ, ਜਿਹੜਾ ਆਪਾਂ ਕਰ ਰਹੇ ਸੀਗੇ, ਵੈਰੀ ਫਸਟ ਥਿੰਗ ਵਟ ਵੀ ਡੂ, ਜਦੋਂ ਆਪਾਂ ਗੁਰਦੁਆਰੇ ਜਾਂਦੇ ਹਾਂ, ਐਜ਼ ਵੀ ਐਂਟਰ ਗੁਰਦੁਆਰਾ ਸਾਹਿਬ, we acknowledge our bad voice and submit ourselves to learn from the path, kirtan or the vichar. ਜਦੋਂ ਅਸੀਂ ਆਪਣੇ ਸਕੂਲ ਜਾਂਦੇ ਹਾਂ, what do we do very first thing? ਅਸੀਂ ਆਪਣੀ ਟੀਚਰ ਨੂੰ ਗ੍ਰੀਟ ਕਰਦੇ ਹਾਂ, ਹੈ ਨਾ। ਜਦੋਂ ਕਲਾਸ ਸ਼ੁਰੂ ਹੁੰਦੀ ਹੈ, ਸੋ ਵੈਰੀ ਫਸਟ ਥਿੰਗ ਵੀ ਡੂ, ਟੀਚਰ ਸਾਨੂੰ ਗ੍ਰੀਟ ਕਰਦੀ ਹੈ ਔਰ ਅਸੀਂ ਟੀਚਰ ਨੂੰ ਗ੍ਰੀਟ ਕਰਦੇ ਹਾਂ। ਸੋ ਦੈਟ ਇਜ਼ ਦ ਟਾਈਮ ਵੈਨ ਵੀ ਕਨੈਕਟ ਵਿਦ ਈਚ ਅਦਰ, ਕਿ ਓਕੇ ਨਾਓ ਇਟਸ ਦ ਟਾਈਮ to start our learning. The very first thing is we greet each other. ਇਸੇ ਤਰ੍ਹਾਂ ਹੀ ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਸਾਡਾ ਟੀਚਰ ਕੌਣ ਸੀਗਾ, ਆਪਾਂ ਪੜ੍ਹਿਆ ਸੀ, ਗੁਰਬਾਣੀ। ਸੋ ਅਸੀਂ ਆਪਣੇ ਟੀਚਰ ਨੂੰ ਬੋ ਡਾਊਨ ਕਰਕੇ ਗ੍ਰੀਟ ਕਰਦੇ ਹਾਂ, ਅਸੀਂ ਐਕਨੋਲੇਜ ਕਰਦੇ ਹਾਂ ਕਿ ਯੈਸ ਆਈ ਹੈਵ ਅ ਬੈਡ ਵੌਇਸ and I am willing to submit that bad voice and I will commit to learn from the path, Gurbani, Kirtan and Vichar, how I can improve myself. That is why it's a very first thing when we go to Gurdwara, we straightway go and see Matha Tekde hain. So as we do the Matha Tek, we are setting our goals for what we are here to learn. ਅਗੇਨ ਉਹ ਚੀਜ਼ ਹੈ ਕਿ ਵੀ ਜਦੋਂ ਅਸੀਂ ਵੈਰੀ ਫਸਟ ਥਿੰਗ, ਜਦੋਂ ਸਾਡੇ ਕੋਲ ਇੱਕ ਗੋਲ ਹੋਏਗਾ ਕਿ ਅੱਜ ਆਈ ਹੈਵ ਨਾਓ ਨੈਕਸਟ 2 hours ਐਟ ਗੁਰਦੁਆਰਾ, ਦਿਸ ਇਜ਼ ਵਾਟ ਆਈ ਨੀਡ ਟੂ ਲਰਨ। ਸੋ ਜਦੋਂ ਮੈਂ ਮੱਥਾ ਟੇਕਦਾ, then we are then preparing ourselves at the beginning of my visit to Gurdwara, okay, where it doesn't matter wherever I am in the Gurdwara, but that's what my goals are, that's what I am planning to achieve today from this visit. And again the third thing is, ਜਦੋਂ ਆਪਾਂ bow down ਕਰਦੇ ਹਾਂ ਤਾਂ it brings that humble feeling within us, it brings us down, it helps us get rid of our ego. ਫਿਰ ਸਾਡਾ ਜਿਹੜਾ ਮਾਈਂਡ ਹੈ ਉਹ ਉਸ ਲਰਨਿੰਗ ਐਟੀਟਿਊਡ ਵਿੱਚ ਆ ਜਾਂਦਾ ਹੈ at the very beginning of our visit to Gurdwara, ਕਿ ਵੀ ਹਾਂ okay, now I am ready, I'm prepared to learn from the teachings. That is why very first thing we do when we go to Gurdwara, ਅਸੀਂ first thing ਜਾ ਕੇ ਮੱਥਾ ਟੇਕਦੇ ਹਾਂ। ਠੀਕ ਹੈ ਜੀ, is that clear? Okay, so this is the slide, ਸਾਡੇ ਕੋਲ last 8 takeaways ਹੈ ਸਾਡੇ ਕੋਲ ਜੀ। ਠੀਕ ਹੈ, ਇਹ ਤੁਸੀਂ ਜਿਹੜੇ ਹੈ ਪ੍ਰੈਕਟਿਸ ਕਰਨੇ ਨੇ in your next visit to Gurdwara. On next 2 weeks, ਜਿਵੇਂ ਕਿ ਆਪਾਂ ਮੈਂਸ਼ਨ ਕੀਤਾ ਸੀ ਕਿ we now have a term break for a couple of weeks. ਇਹਦੇ ਵਿੱਚ ਹੁਣ this is exercise, ਜਿਹੜੇ ਟੇਕ ਅਵੇ ਪੁਆਇੰਟਸ ਨੇ, ਜੇ ਆਪਾਂ ਅੱਜ ਦੇ ਆਪਣੇ ਸੈਸ਼ਨ ਨੂੰ ਸਮਰਾਈਜ਼ ਕਰਨਾ ਹੋਏ, as I enter Gurdwara Sahib, think of a thing where we need to improve. You have to now, next time when we visit to Gurdwara, let's try to gather our focus on, say, okay, this is what we are going to improve, this is what I am here today. I'll seek the blessings from Gurbani, I will seek the knowledge from the Gurbani to help me improve on whatever I feel I need to work on the most. So as I bow my head, do a silent prayer to seek that guidance from Gurbani. So how I can overcome my bad voice. So the reason why we say this is, if we do the silent prayer, we are enforcing ourselves, okay, yes, this is what I am here for. It's a reminder for ourselves. Okay, मैं अपनी bad voice ਨੂੰ get rid ਕਰਨਾ ਹੈ, ਆਪਣੀ ਮਨ ਦੀ voice ਨੂੰ get rid ਕਰਨਾ ਹੈ, and ਮੈਂ ਆਪਣੀ ਜੋਤ ਨਾਲ connect ਕਰਨਾ ਹੈ ਤਾਂ ਕਿ ਮੈਂ ਆਪਣੇ mental challenges ਨੂੰ improve ਕਰ ਸਕਾਂ। ਮੈਂ constantly unnecessary ਆਪਣੇ mental challenges ਜੋ ਮੇਰੇ bad voice ਨਾਲ driven ਨੇ, ਉਹਨਾਂ ਦੇ ਵਿੱਚ stuck ਹੋ ਕੇ ਆਪਣੇ precious moments of life ਨੂੰ waste ਨਹੀਂ ਕਰਾਂ, ਮੈਂ ਉਹਨਾਂ ਨੂੰ happily live ਕਰ ਸਕਾਂ ਤਾਂ ਕਿ ਮੈਂ ਆਪਣੇ physical and ਜਿਹੜੇ ਮੇਰੇ spiritual goals ਨੇ ਉਹਨਾਂ ਨੂੰ achieve ਕਰ ਸਕਾਂ every single passing moment. So this also does is stay focused on the Kirtan and try to understand how it's guiding us to listen to our good voice. ਜੇ ਅਸੀਂ focused ਰਵਾਂਗੇ, then there is a better chance ਕਿ ਅਸੀਂ ਉਹਦੇ ਚੋਂ ਕੁਛ ਨਾ ਕੁਛ learn ਕਰਕੇ ਆਵਾਂਗੇ। So ਜੇ ਸਾਡਾ focus ਉੱਥੇ ਨਹੀਂ ਹੋਏਗਾ, then
there is a less chance ਕਿ ਸਾਨੂੰ ਉੱਥੋਂ ਜੋ ਵੀ ਕੀਰਤਨ ਜਾਂ ਵਿਚਾਰ ਜਾਂ ਪਾਠ ਹੋ ਰਿਹਾ ਉਹਦੇ ਚੋਂ ਸਮਝ ਆਏਗਾ। ਇਸ ਕਰਕੇ it is very important. These are the takeaways and the summary from today's session ਕਿ ਅਸੀਂ ਗੁਰਦੁਆਰੇ ਜਾਣਾ ਹੈ, ਅਸੀਂ ਮੱਥਾ ਟੇਕਣਾ ਹੈ, ਅਸੀਂ ਪ੍ਰੋਮਿਸ ਕਰਨਾ ਹੈ ਗੁਰਬਾਣੀ ਨੂੰ ਕਿ ਅਸੀਂ ਮੱਥਾ ਟੇਕ ਰਹੇ ਹਾਂ, ਅਸੀਂ ਆਪਣੀ ਬੈਡ ਵੌਇਸ ਨੂੰ ਜਿਹੜਾ ਹੈ ਆਪਣੀ ਡਿਜ਼ਾਇਰਸ, ਈਗੋ, ਅਟੈਚਮੈਂਟਸ, ਹੈ ਨਾ, ਐਂਗਰ, ਅਸੀਂ ਇਹਨਾਂ ਨੂੰ ਲੈਟ ਗੋ ਕਰਾਂਗੇ ਐਂਡ ਵੀ ਵਿਲ help ourselves with the guidance of Gurbani to listen to our good voice and become a better human being. ਠੀਕ ਹੈ ਜੀ? Is that all clear? ਇੱਥੇ ਕੋਈ ਕੁਐਸਚਨ ਹੈਗਾ ਕਿਸੇ ਬੱਚੇ ਨੂੰ? ਠੀਕ ਹੈ ਜੀ, ਆਪਣੇ ਕੋਲ 10 ਮਿੰਟਸ ਹੈਗੇ ਆ, ਅਸੀਂ ਰਿਕਾਰਡਿੰਗ ਇੱਥੇ ਬੰਦ ਕਰ ਦਿੰਦੇ ਹਾਂ ਫਤਿਹ ਬੁਲਾ ਕੇ। ਆਮ ਹੈਪੀ ਟੂ ਟੇਕ ਔਨ ਐਨੀ ਕੁਐਸਚਨਸ ਆਫਲਾਈਨ ਆਫਟਰ ਦਿਸ ਦੈਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ